नमस्कार दोस्तों, वेलकम टू बालाजी एजुकेशन पॉइंट। दोस्तों अरिथमेटिक रीजनिंग ਦਾ ਪਾਰਟ 9 ਸ਼ੁਰੂ ਕਰਾਂਗੇ। ਪਹਿਲੇ 8 ਪਾਰਟ ਕਰੇ। 8 ਪਾਰਟ ਦੇ ਵਿੱਚ ਮੈਨੇ ਤੁਹਾਨੂੰ ਵੈਨ ਡਾਇਗਰਾਮ ਦੇ ਕੁਝ ਕੁਐਸਚਨ ਕਰਵਾਏ ਸੀ। ਅੱਜ ਇੱਕ ਕੁਐਸਚਨ ਕਰਵਾਉਣ ਜਾ ਰਿਹਾ। ਸਭ ਤੋਂ ਪਹਿਲਾਂ ਲਾਸਟ ਈਅਰ ਪੀਪੀਐਸਸੀ ਦੇ ਪੇਪਰ ਦੇ ਵਿੱਚ ਆਇਆ ਸੀ, ਪ੍ਰਿੰਸੀਪਲ ਵਾਲੇ ਪੇਪਰ ਦੇ ਵਿੱਚ, ਤਾਂ ਇੰਪੋਰਟੈਂਟ ਹੈ, ਇਦਾਂ ਦਾ ਹੀ ਕੁਐਸਚਨ ਆਊਗਾ। ਤੁਹਾਨੂੰ ਦੱਸਿਆ ਸੀ ਇਹ ਟੌਪਿਕ ਚੋਂ ਕਾਫੀ ਕੁਐਸਚਨ ਆਣਗੇ, ਤਾਂ ਲਾਸਟ ਈਅਰ ਇਹ ਕੁਐਸਚਨ ਆਇਆ ਸੀ, ਇਹਨੂੰ ਸੋਲਵ ਕਰਦੇ ਹਾਂ। देखो स्टार्ट करते हैं। इन अ टाउन 45% पॉपुलेशन रीड मैगजीन है, 55% रीड मैगजीन भी 40% रीड मैगजीन सी। ਹੁਣ ਤੁਹਾਨੂੰ ਦੱਸਿਆ ਸੀ ਵੈਨ ਡਾਇਗਰਾਮ ਵਾਲਾ ਕੁਐਸਚਨ ਜਾਂ ਤਾਂ ਦੋ ਬੰਦਿਆਂ ਚ ਆਊਗਾ ਜਾਂ ਤਿੰਨ ਬੰਦਿਆਂ ਚ, ਤਾਂ ਆਪਣੇ ਕੋਲੇ ਤਿੰਨ ਜਾਣੇ ਨੇ, ਤਿੰਨੇ ਜਾਣਿਆਂ ਦੀ ਡਾਇਗਰਾਮ ਇਦਾਂ ਬਣਾਣੀ ਹੈ। ਜੇ ਕਿਸੇ ਨੇ 8ਵਾਂ ਪਾਰਟ ਨਹੀਂ ਦੇਖਿਆ ਤਾਂ ਪਹਿਲਾਂ 8ਵਾਂ ਪਾਰਟ ਦੇਖ ਲਿਓ, ਸਾਰਾ ਸਮਝਾਇਆ ਹੋਇਆ ਮੈंने 8th ਪਾਰਟ ਦੇ ਵਿੱਚ। ਇੱਕ A ਮੈਗਜ਼ੀਨ, B ਮੈਗਜ਼ੀਨ, C ਮੈਗਜ਼ੀਨ। ਹੁਣ 45% ਰੀਡ ਮੈਗਜ਼ੀਨ ਹੈ। ਦੇਖੋ ਓਨਲੀ ਵਰਡ ਨਹੀਂ ਯੂਜ਼ ਕੀਤਾ, ਓਨਲੀ ਵਰਡ ਦਾ ਕਾਫੀ ਇੰਪੋਰਟੈਂਸ ਹੈ, ਪਿਛਲੇ ਵੀਡੀਓ ਦੇ ਵਿੱਚ ਦੱਸੀ ਸੀ। ਤਾਂ A ਨੂੰ ਕਿੰਨੇ ਪਰਸੈਂਟ ਮਿਲੀ? 45। 50% ਕਿਹਨੂੰ ਮਿਲੀ? B ਨੂੰ। C ਨੂੰ ਕਿੰਨੀ ਮਿਲੀ? ਆਪਣੇ ਕੋਲੇ 40% ਰੀਡ ਮੈਗਜ਼ੀਨ ਸੀ। ਓਨਲੀ ਵਰਡ ਨਹੀਂ ਯੂਜ਼ ਕੀਤਾ, ਤਾਂ ਮਤਲਬ ਟੋਟਲ A ਕਿੰਨੇ ਪਰਸੈਂਟ ਆਊਗੀ? 45। ਟੋਟਲ B ਕਿੰਨੇ ਪਰਸੈਂਟ ਆਊਗੀ? 55%। ਟੋਟਲ C ਕਿੰਨੇ ਪਰਸੈਂਟ ਆਊਗੀ? 40%। ਅੱਗੇ ਕਹਿੰਦਾ 30% ਰੀਡ ਮੈਗਜ਼ੀਨ A ਐਂਡ B। A ਤੇ B ਮੈਗਜ਼ੀਨ ਕਿੰਨੇ ਬੰਦੇ ਪੜ੍ਹਦੇ ਨੇ? 30%। ਹੁਣ 30% ਦੇਖੋ ਓਨਲੀ ਵਰਡ ਫੇਰ ਨਹੀਂ ਯੂਜ਼ ਕੀਤਾ, ਮਤਲਬ ਆ ਪੂਰਾ 30% ਆਊਗਾ। ਪਹਿਲਾਂ 올 ਵਾਲਾ ਦੇਖ ਲਓ, ਉਹਨੇ ਕਿਹਾ 10% ਰੀਡ 올 ਦਾ ਸੀ, ਮਤਲਬ ਆਹ ਹਿੱਸਾ ਆਪਣੇ ਕੋਲੇ ਕਿੰਨਾ ਹੋ ਗਿਆ? 10% ਹੋ ਗਿਆ। ਜਿਹੜਾ ਟੋਟਲ ਤਿੰਨਾਂ ਦਾ ਮਿਲਾ ਕੇ ਆ ਉਹ ਕਿੰਨੇ ਪਰਸੈਂਟ ਹੈ? 10%। ਹੁਣ ਉਹਨੇ ਕਿਹਾ 30% ਮੈਗਜ਼ੀਨ A ਐਂਡ B। A ਤੇ B ਦਾ ਜਿਹੜਾ ਕਾਮਨ ਪਾਰਟ ਆ, ਸਾਰਾ ਪਾਰਟ ਕਾਮਨ ਹੈ। ਇਹ ਪੂਰਾ ਪਾਰਟ ਕਿੰਨੇ ਪਰਸੈਂਟ ਹੈ? 30% ਹੈ। ਜੇ ਆ ਪੂਰਾ ਪਾਰਟ 30% ਹੈ, 10% ਤਾਂ ਹੋ ਹੀ ਗਿਆ, ਤਾਂ ਕਿੰਨੇ ਪਰਸੈਂਟ ਆ ਜਾਊਗਾ ਦੋਸਤੋ? 20%। 10% ਆਪਣੇ ਕੋਲੇ ਆ ਹੋ ਗਿਆ, ਆ ਕਿੰਨੇ ਪਰਸੈਂਟ ਆ ਜਾਊਗਾ? 20%। ਕਿਉਂਕਿ ਪੂਰਾ A ਤੇ B ਦਾ, ਉਹਨੇ ਓਨਲੀ A ਤੇ B ਨਹੀਂ ਕਿਹਾ, A ਤੇ B ਦਾ ਕਾਮਨ ਪਾਰਟ 30% ਹੈ, 10% ਆ ਹੋ ਗਿਆ, ਤਾਂ ਕਿੰਨੇ ਪਰਸੈਂਟ ਆ ਗਿਆ? 20%। ਇਦਾਂ ਹੀ 15% B ਐਂਡ C। B ਤੇ C ਦਾ ਕਾਮਨ ਪਾਰਟ ਹੈ 15% ਹੈ, ਆਵਲਾ ਕਾਮਨ ਪਾਰਟ ਹੈ। ਜੇ 10% ਆ ਹੋ ਗਿਆ ਤਾਂ ਕਿੰਨੇ ਪਰਸੈਂਟ ਆ ਜਾਊਗਾ ਦੋਸਤੋ? 5%। ਨੈਕਸਟ 25% ਰੀਡ ਮੈਗਜ਼ੀਨ A ਐਂਡ C। 25% A ਤੇ C ਦਾ, A ਤੇ C ਦਾ 25% ਹੈ। ਜੇ 10% ਆ ਹੋ ਗਿਆ ਤਾਂ ਦੋਸਤੋ ਆ ਕਿੰਨੇ ਪਰਸੈਂਟ ਆ ਗਿਆ? 15%। ਹੁਣ ਸਾਰਿਆਂ ਦੀ ਵੈਲਿਊ ਪਤਾ ਲੱਗ ਜੂਗੀ। ਦੇਖੋ A ਦੀ ਵੈਲਿਊ, A ਦਾ ਪੂਰਾ ਸਰਕਲ ਕਿੰਨੇ ਪਰਸੈਂਟ ਦਾ? A ਦਾ ਪੂਰਾ ਸਰਕਲ 45% ਦਾ ਹੈ। ਤਾਂ 20% B ਦੇ 30, 4 B ਦੇ 10, 30, 30 ਤੇ 15, 45। ਜੇ 45 ਉਰੇ ਹੋ ਗਿਆ ਤਾਂ ਓਨਲੀ ਇਹ ਕਿੰਨੇ ਪਰਸੈਂਟ ਆ ਜਾਊਗਾ? 0%। ਐਂ B ਦਾ 55% ਹੈ। B ਦੇ 10, 30, 30 ਤੇ 5, 35। ਤਾਂ 55 ਚੋਂ 35 ਘਟਾਇਆ, ਕਿੰਨੇ ਪਰਸੈਂਟ ਆ ਗਿਆ? 20%। ਐਂ C ਦਾ 15 ਤੇ 10, 25 ਤੇ 5, 30% ਹੋ ਗਿਆ, ਤਾਂ ਆ ਕਿੰਨੇ ਪਰਸੈਂਟ ਆ ਜਾਊਗਾ? 40 ਚੋਂ 30 ਘਟਾਤਾ 10%। ਤਾਂ ਆਪਣੇ ਕੋਲੇ ਹਰ ਇੱਕ ਦੀ ਵੈਲਿਊ ਪਤਾ ਲੱਗ ਗਈ। ਲਾਸਟ ਵੀ ਕਿਹਾ ਸੀ ਆਪਾਂ, ਤਾਂ ਹਰ ਇੱਕ ਦੀ ਵੈਲਿਊ ਜਦੋਂ ਪਤਾ ਲੱਗ ਗਈ, ਆਪਣੀ ਵੈਨ ਡਾਇਗਰਾਮ ਬਣ ਗਈ। ਤਾਂ ਹੁਣ ਦੇਖੋ ਵਿੱਚ ਪਰਸੈਂਟ ਡੂ ਨਾਟ ਰੀਡ ਐਨੀ ਮੈਗਜ਼ੀਨ। ਕੋਈ ਮੈਗਜ਼ੀਨ ਨਹੀਂ ਪੜ੍ਹਦਾ, ਕੋਈ ਮੈਗਜ਼ੀਨ ਨਹੀਂ ਪੜ੍ਹਦਾ। ਤਾਂ ਪਹਿਲਾਂ ਤਾਂ ਐਂ ਚੈੱਕ ਕਰ ਲਓ ਕਿੰਨੇ ਬੰਦੇ ਨੇ ਜਿਹੜੇ ਮੈਗਜ਼ੀਨ ਪੜ੍ਹਦੇ ਨੇ, ਤਾਂ ਸਾਰਿਆਂ ਦਾ ਜੋੜ ਕਰ ਦਿਓ। 20 ਤੇ 20 40 ਤੇ 10 50, 50 ਤੇ 15, 50 ਤੇ 15 65 ਤੇ 5 70, 70 ਤੇ 10 80। 80% ਬੰਦੇ ਉਹ ਨੇ ਜਿਹੜੇ ਮੈਗਜ਼ੀਨ ਰੀਡ ਕਰਦੇ ਨੇ, ਜਿਹੜੇ ਮੈਗਜ਼ੀਨ ਰੀਡ ਕਰਦੇ ਨੇ। ਉਹ ਚਾਹੇ ਇੱਕ ਮੈਗਜ਼ੀਨ ਰੀਡ ਕਰਨ, ਚਾਹੇ ਦੋ ਕਰਨ, ਚਾਹੇ ਤਿੰਨੋਂ ਕਰਨ। ਕਿੰਨੇ ਪਰਸੈਂਟ ਬੰਦੇ ਨੇ ਜਿਹੜੇ ਮੈਗਜ਼ੀਨ ਰੀਡ ਕਰਦੇ ਨੇ? 80%। ਤਾਂ ਜਿੰਨੇ ਡੂ ਨਾਟ ਰੀਡ, ਜਿਹੜੇ ਰੀਡ ਨਹੀਂ ਕਰਦੇ, ਕਿਵੇਂ ਕੱਢਦੇ ਹੁੰਦੇ ਆ? ਹੁਣ ਤੱਕ ਮੈਂ ਤੁਹਾਨੂੰ ਕਿਵੇਂ ਕਰਾਇਆ? 100 ਚੋਂ 20%, 100 ਚੋਂ 80% ਘਟਾ ਦਿਓ, ਸੌਰੀ 80% ਜੇ ਰੀਡ ਕਰਦੇ ਨੇ ਤਾਂ ਕਿੰਨੇ ਪਰਸੈਂਟ ਨਹੀਂ ਕਰਨਗੇ? 20%। ਹਰ ਇੱਕ ਚੀਜ਼ ਕਿੰਨੇ ਪਰਸੈਂਟ ਚੋਂ ਘਟਾਈ ਦਿੰਦੀ ਹੈ? 100% ਚੋਂ। ਤਾਂ ਕਿੰਨੇ ਪਰਸੈਂਟ ਰੀਡ ਨਹੀਂ ਕਰਨਗੇ? ਕਿੰਨਾ ਆਨਸਰ ਆ ਗਿਆ ਦੋਸਤੋ? 20%। ਇਹ ਸੀ ਪਹਿਲਾ ਕੁਐਸਚਨ। ਵੈਨ ਡਾਇਗਰਾਮ ਇੰਪੋਰਟੈਂਟ ਹੈ, ਮਿਨੀਮਮ 1 ਜਾਂ 2 ਕੁਐਸਚਨ ਮੰਨ ਕੇ ਚੱਲਿਓ, ਹੋ ਸਕਦਾ 5 ਕੁਐਸਚਨ ਆ ਜਾਣ। ਤਾਂ ਇਹ ਕੁਐਸਚਨ ਦੀ ਪ੍ਰੈਕਟਿਸ ਕਰ ਲਿਓ। ਨੈਕਸਟ ਚੱਲਦੇ ਅਗਲੇ ਕੁਐਸਚਨ ਤੇ। ਇੱਕ ਕੁਐਸਚਨ ਹੋਰ ਕਰਵਾਉਣਾ ਵੈਨ ਡਾਇਗਰਾਮ ਦਾ। सेकंड क्वेश्चन है वेन डायग्राम का एक क्वेश्चन और करते हैं। इन अ ग्रुप ऑफ 15 पीपल, 7 people knowledge
8 people know Greek, 3 people don't know any language. How many people are there? How many people are there in the group who know both language? Who know both language? ਤਾਂ ਦੋਸਤੋ ਆ क्वेश्चन अपने को कहना इन ग्रुप ऑफ 15 पीपल, 15 बंदे ने, 7 पीपल नो लैटिन, 8 नो ग्रीक, 3 पीपल डू नॉट नो एनी लैंग्वेज। हुण देखो दो लैंग्वेजेस ने, ताही चीज बनूगी केड़ी केड़ी लैंग्वेज है? लैटिन एंड ग्रीक, लैटिन एंड ग्रीक। टोटल 15 बंदे ने, 15 चों ने देता 3 बंदे कोई लैंग्वेज नहीं जानते, 15 चों 3 बंदे कोई लैंग्वेज नहीं जानते, ਤਾਂ 15 ਚੋਂ 3 ਬੰਦੇ ਕੋਈ ਲੈਂਗੁਏਜ ਨਹੀਂ ਜਾਣਦੇ, ਤਾਂ ਕਿੰਨੇ ਬੰਦੇ ਲੈਂਗੁਏਜ ਜਾਣਦੇ ਨੇ? 12 ਬੰਦੇ। 12 ਬੰਦੇ ਉਹ ਨੇ ਜਿਹੜੇ ਕੋਈ ਨਾ ਕੋਈ ਲੈਂਗੁਏਜ ਜਾਣਦੇ ਨੇ, ਚਾਹੇ ਤਾਂ ਲੈਟਿਨ ਜਾਣਦੇ ਹੋਣ, ਚਾਹੇ ਗ੍ਰੀਕ ਜਾਣਦੇ ਹੋਣ, ਚਾਹੇ ਦੋਨੋਂ ਜਾਣਦੇ ਹੋਣ, ਚਾਹੇ ਲੈਟਿਨ ਜਾਣਦੇ ਹੋਣ, ਚਾਹੇ ਗ੍ਰੀਕ ਜਾਣਦੇ ਹੋਣ, ਚਾਹੇ ਦੋਵਾਂ ਚੋਂ ਚਾਹੇ ਦੋਨੋਂ ਜਾਣਦੇ ਹੋਣ। ਮਤਲਬ ਆਪਾਂ ਜੇ ਕਹਿ ਸਕੀਏ x y z ਇਹਨਾਂ ਤਿੰਨਾਂ ਦਾ ਜੋੜ ਮਿਲਾ ਕੇ ਕਿੰਨਾ ਆਊਗਾ ਦੋਸਤੋ? x y z ਤਿੰਨਾਂ ਦਾ ਜੋੜ ਮਿਲਾ ਕੇ ਕਿੰਨਾ ਆਊਗਾ? 12। देखो एक लैंग्वेज जानता है, ये दोनों वाला कॉमन पार्ट हो गया, एक अली ग्रीक वाला पार्ट हो गया, तो तीनों का जोड़ मिला के अपने को कितना आना चाहिए? 12 आना चाहिए। हुण कहता 7 पीपल नो लैटिन, नो लैटिन कल्ला लैटिन है जेड़ा 7 बंदे जानते हैं। लैटिन किहड़ी किहड़ी वैल्यू आ जाएगी? x ते y दी वैल्यू कितनी आ गई? 7, x + y कितना आ गया? 7। तो उरो जे मैं माइनस कर दूंगा मेरे को z दी वैल्यू कितनी आ जाएगी? देखो उरो माइनस करके x नाल x कट गया, y नाल y कट गया, z दी वैल्यू कितनी आ जाएगी? 5। z दी वैल्यू कितनी आ गई दोस्तों? 5। उन्हें कहता कि 8 नो ग्रीक, 8 बंदे ग्रीक जानते हैं, मतलब आप पूरे सर्कल च 8 बंदे आएंगे, 8 बंदे आएंगे। जे 5 उरे आ गए तो उरे कितने बंदे आ जाएंगे? 3, क्योंकि ग्रीक कितने बंदे जानते हैं? 8, 5 ते 3 कितना हो गया? 8, 5 ते 3 कितना हो गया? 8। उन्होंने पूछा हु नो बोथ लैंग्वेज, तो दोनों लैंग्वेज वाले कितने बंदे आ गए? 3। एडी वैल्यू कड्डन दी लोड़ ही नहीं, किन्ने आ गए? 3। तो अपने को आ गया दोस्तों आंसर। की कीता? तिन्ना दा जोड़ मिला के अपने को 12 आना चाहिए जेडे लैंग्वेज जानते हैं। इन्हां दोहां दा जोड़ अपने को 7 सी, तो मैंने एदी वैल्यू कढ ली 5। फिर इन्हां दोहां दा जोड़ मेरे को 8 सी, तो एदी वैल्यू कितनी आ गई? 3। ये वैल्यू केड़ी है? जेडे दोनों लैंग्वेज जानते हैं। उन्हें ही पूछे भी दोनों लैंग्वेज कितने बंदे जानते हैं, तो की आंसर आ जाएगा? 3 आंसर। कितना आंसर आ गया दोस्तों? 3। इसी अपना सेकंड क्वेश्चन। एक क्वेश्चन ਤੁਹਾਨੂੰ ਕਰਨ ਨੂੰ ਦੇ ਰਿਹਾ, ਇਹ क्वेश्चन सोल्व करके वीडियो ਦੇ नीचे कमेंट करके दसियो क्वेश्चन देना ਤੁਹਾਨੂੰ ਕਰਨ ਨੂੰ। क्वेश्चन है out of 120 musician 5% can play all the 3 guitar, all the 3 guitar, violin and flute, but musician who can play only 2 type of instrument, only 2 type of instrument are 30. The 40 musicians can play only guitar. Then how many can play only violin and only flute? Option है 30, 38, 44, 45। एक क्वेश्चन तुसी सोल्व करना है,
कहता आउट ऑफ 120 म्यूजिशियन 5% कैन प्ले ऑल द थ्री, 5% बंदे वो ने जेडे तीनों प्ले करते हैं। बट म्यूजिशियन हु कैन प्ले ओनली टू टाइप ऑफ इंस्ट्रूमेंट, जेडे किसी भी दो तरह के इंस्ट्रूमेंट बजाते हैं वो कितने बंदे ने 30, किसी भी दो तरह के इंस्ट्रूमेंट हो सकता है गिटार वायलिन होवे, गिटार फ्लूट होवे या वायलिन फ्लूट होवे। 40 म्यूजिशियन कैन प्ले ओनली गिटार, 40 म्यूजिशियन ने जेडे सिर्फ गिटार बजाते हैं तो कितने बंदे ने जेडे सिर्फ वायलिन बजाते हैं या सिर्फ कितने या सिर्फ फ्लूट बजाते हैं। मतलब सिर्फ वायलिन वाले कट लो, सिर्फ फ्लूट वाले कट लो, दोहां का जोड़ करके दसना कितना आंसर होगा। एक क्वेश्चन सोल्व करके वीडियो के नीचे कमेंट करके दसियो, जे किसी को नहीं समझ आया तो मैंने दस दियो, मैं समझा दूंगा। नेक्स्ट चलते हैं फोर्थ क्वेश्चन पे। Mr. Johnson was to earn rupees 300 and a free holiday for 7 weeks work. For 7 weeks work, he worked for only 4 weeks and earned 30 rupees and a free holiday. What was the value of the holiday? What was the value of the holiday? हॉलीडे की वैल्यू दसनी है कितनी है। ऑप्शन है 300 रुपए, 330 रुपए, 360 रुपए, नन ऑफ दीज। तो दोस्तों आ क्वेश्चन है, ठीक। मिस्टर जॉनसन वाज टू अर्न 300 एंड अ फ्री हॉलीडे फॉर 7 वीक वर्क। तो सिंपल जी इक्वेशन बनूगी, देखो 7 वीक का उन्होंने 300 रुपया मिला प्लस फ्री हॉलीडे, 307 वीक का 300 रुपया प्लस फ्री हॉलीडे। उन्हें 4 हफ्ते काम किया, 4 वीक का उन्होंने 30 रुपए मिले प्लस फ्री हॉलीडे। तो दोस्तों 7 वीक का 300 रुपया प्लस फ्री हॉलीडे, 4 वीक का 30 रुपए प्लस फ्री हॉलीडे। तो हम आपने कढ़ना फ्री हॉलीडे की वैल्यू ऑफ द हॉलीडे की वैल्यू, हॉलीडे की वैल्यू कढ़नी है। तो जो मैं माइनस करदा, देखो हर एक चीज माइनस कर दो, तो 3 वीक की वैल्यू कितनी आ जाएगी, 3 वीक की 7 चों 4 घटाया कितना आ गया 3 वीक। 3 वीक की वैल्यू इधरों माइनस किया 270 रुपए, एक खत्म ही हो गया, फ्री हॉलीडे ना फ्री हॉलीडे कट्टी गई। मतलब 3 हफ्ते दे उन्होंने कितने रुपए मिलते ने 270। तो देखो 1 वीक दे उन्होंने कितने रुपए मिलणगे, 3 वीक दे 270 मिलते हैं। तो 1 वीक दे कितने मिलणगे 270 बटा 3 कट के कितने रुपए आ गए 90 रुपए। 1 वीक दे कितने रुपए आ गए दोस्तों 90 रुपए। हुण देखो किसी भी इक्वेशन को बना लो, चाहे ऊपर वाली इक्वेशन को बना लो चाहे नीचे वाली इक्वेशन बना लो, आंसर सेम आऊगा। मान लो मैं नीचे वाली बनाना तो 4 वीक दे उन्होंने कितने रुपए मिलने चाहिए ने, जे 1 वीक दे उन्होंने 90 रुपए मिलणगे, 4 वीक दे उन्होंने कितने मिलणगे 90 गुना 4 कितने रुपए मिल गए। तो देखो 3 वीक दे अपने को कितने रुपए आ गए 270 रुपए। तो 1 वीक दे कितने आ जाएंगे, देखो 270 बटा 3 कट के कितने रुपए आ गया 90 रुपए। जे 1 वीक दे 90 रुपए आ गए। हुण चाहे नीचे वाली इक्वेशन ले लो चाहे ऊपर वाली, तो 4 वीक दे अपने को कितने आ जाएंगे 90 गुना 4, टोटल कितने रुपए हो गए 360 रुपए। 4 वीक दे उन्होंने कितने रुपए मिलणगे 360 रुपए। बट उन्हें लए कितने 30 रुपए प्लस फ्री हॉलीडे। देखो उन्होंने 360 रुपए मिलने चाहिए सी, उन्हें लए कितने 30 रुपए प्लस फ्री हॉलीडे, 30 रुपए प्लस हॉलीडे, 30 रुपए प्लस हॉलीडे। तो हॉलीडे की वैल्यू कितनी आ गई, हॉलीडे की वैल्यू कितनी आ गई 360 चों 30 घटाए 330 रुपए। तो दोस्तों हॉलीडे की वैल्यू कितनी आ गई 330 रुपए। आसी चौथा क्वेश्चन। नेक्स्ट चलते हैं 5वें क्वेश्चन पे। फिफ्थ क्वेश्चन है, Mac has ₹3 more than can
but then can wins on the horses and travels his money so that he now has rupees 2 more than the original amount of money that the two boys had between them. How much money did Mac and Ken have between them before Ken's win? ऑप्शन है 9, 11, 13, 15। तो दोस्तों आ क्वेश्चन है। ਹੁਣ ਇਹ क्वेश्चन इक्वेशन भी बना सकते हो, बाय ऑप्शन भी चेक सकते हैं। Mac has 3 more than Ken, ਤਾਂ ਆਪਾਂ ਬਾय ऑप्शन लेके चलते हैं। ਉਹਨੇ ਲਾਸਟ ਦੇ ਵਿੱਚ ਪੁੱਛਿਆ ਕਿ ਇਹ ਦੇਖੋ ਜਿਹੜਾ ਉਹਨੇ क्वेश्चन ਪੁੱਛਿਆ ਉਹੀ ਆਪਸ਼ਨ ਹੋਗੀ। ਹਾਊ ਮਚ ਮਨੀ ਡਿਡ ਮੈਕ ਐਂਡ ਕੈਨ ਹੈਵ ਬਿਟਵੀਨ them before Ken win? ਕੈਨ ਦੇ ਜਿੱਤਣ ਤੋਂ ਪਹਿਲਾਂ ਉਹਨਾਂ ਦੋਹਾਂ ਕੋਲੇ ਟੋਟਲ ਮਨੀ ਕਿੰਨੀ ਸੀ? ਤਾਂ ਦੇਖੋ मैक ते कैन, मान लो मैंने पहली ऑप्शन चक ली, दोहां कोले 9 रुपए सी, मैक कोले 3 रुपए ज्यादा सी, जे दोहां कोले मिला के 9 रुपए सी तो ਇਹਦੇ ਕੋਲੇ 6 रुपए होगी, ਇਹਦੇ ਕੋਲੇ कितने रुपए होगी? 3 रुपए होगी। दोहां कोले मिला के कितने रुपए सी? 9 रुपए सी। मान लो मैंने पहली ऑप्शन ले ली, 9 ऑप्शन ले ली, तो जे ਇਹਦੇ ਕੋਲੇ 3 रुपए ज्यादा मैक कोले, तो जे ਇਹਦੇ ਕੋਲੇ 6 सी तो ਇਹਦੇ ਕੋਲੇ कितने रुपए सी? 3 रुपए सी। ਹੁਣ ਅੱਗੇ ਕਹਿੰਦਾ ਕੈਨ ਦੀ ਮਨੀ ਟ੍ਰਿਪਲ ਹੋਗੀ, 3 ਗੁਣਾ होगी, तो 3 तिया कितना हो गया? 9। 3 तिया कितना हो गया? 9। so that he now has 2 more than the original amount of money। ਹੁਣ ਇਹਦੇ ਕੋਲੇ 9 ਰੁਪਏ ਨੇ, original amount ਵੀ ਕਿੰਨੀ ਸੀ? 9 ਸੀ, ਤਾਂ ਇਹਦੇ ਕੋਲੇ original amount ਨਾਲੋਂ 2 ਰੁਪਏ ਜ਼ਿਆਦਾ ਹੈਗੇ ਨੇ? ਨਹੀਂ ਹੈਗੇ, ਤਾਂ ਪਹਿਲੀ ਆਪਸ਼ਨ ਕੀ ਹੋਗੀ? ਗਲਤ ਹੋ ਗਈ। ਇਹਦੇ ਕੋਲੇ original amount ਨਾਲੋਂ 2 ਰੁਪਏ ਕੀ ਆਣੇ ਚਾਹੀਦੇ ਨੇ? ਜ਼ਿਆਦਾ ਆਣੇ ਚਾਹੀਦੇ ਨੇ, ਤਾਂ ਪਹਿਲੀ ਆਪਸ਼ਨ ਕੀ ਹੋਗੀ? ਗਲਤ। ਆਪਸ਼ਨ ਲੈ ਲਈ, ਮੰਨ ਲਓ मैंने ਆਪਸ਼ਨ ਲੈ ਲਈ 13, ਇਹਦੇ ਕੋਲੇ ਮੈਕ ਕੋਲੇ 3 ਰੁਪਏ ਜ਼ਿਆਦਾ ਨੇ, ਤਾਂ ਜੇ ਇਹਦੇ ਕੋਲੇ 5 ਰੁਪਏ ਹੋਣਗੇ, ਇਹਦੇ ਕੋਲੇ ਕਿੰਨੇ ਰੁਪਏ ਹੋਣਗੇ? 8। ਦੇਖੋ 3 ਰੁਪਏ ਜ਼ਿਆਦਾ ਹੋਣਗੇ ਮੈਕ ਕੋਲੇ। ਹੁਣ ਕੈਨ ਜਿੱਤਿਆ ਤੇ ਉਹਦੀ ਮਨੀ ਕਿੰਨੀ ਹੋਗੀ? 3 ਗੁਣਾ ਹੋਗੀ, ਤਾਂ 5 ਦਾ 3 ਗੁਣਾ ਕਿੰਨਾ ਹੋ ਗਿਆ? 15। ਤਾਂ ਦੇਖੋ ਇਹਦੇ ਨਾਲੋਂ ਕਿੰਨੇ ਰੁਪਏ ਜ਼ਿਆਦਾ ਚਾਹੀਦੇ ਨੇ? ओरिजिनल ਅਮਾਉਂਟ ਨਾਲੋਂ ਕਿੰਨੇ ਰੁਪਏ ਜ਼ਿਆਦਾ ਚਾਹੀਦੇ ਨੇ? 2 ਰੁਪਏ ਜ਼ਿਆਦਾ ਚਾਹੀਦੇ ਨੇ। ਮਤਲਬ ਆਹ ਕੰਡੀਸ਼ਨ ਸੈਟੀਸਫਾਈ ਕਰ ਗਈ, ਤਾਂ ਆਪਣਾ ਆਨਸਰ ਕਿੰਨਾ ਆ ਗਿਆ? 13। ਤਾਂ ਜਦੋਂ ਵੀ ਇਦਾਂ ਦਾ ਕੁਐਸਚਨ ਆ ਜੇ ਆਪਸ਼ਨ ਚੱਕ ਲਓ, बहुत ही इजी हो जाएगा। ठीक, नेक्स्ट चलते हैं 6वें क्वेश्चन पे। मिस्टर एक्स, a mathematician, defines a number are connected with 6 if it is divisible by 6 or if the sum of digits of number is 6 or if 6 is one of digits of number, other numbers are not connected with 6. As per this definition, the number of integers
from 1 to 60 both inclusive दोनों इंक्लूड करना है, which are not connected with 6। ऑप्शन है 18 22 42 43। तो देखो दोस्तों की कह रहा है क्वेश्चन, मिस्टर एक्स कोई मैथमेटिशियन है जेड़ा किसी नंबर को डिफाइन करता है कनेक्टेड विद 6। कनेक्टेड विद 6 ना कनेक्ट होना चाहिए, किवें कनेक्ट होना चाहिए, इट इज डिविजिबल बाय 6। या तो डिविजिबल होवे 6 से, डिविजिबल बाय 6, और इफ द सम ऑफ डिजिट्स ऑफ नंबर इज 6, मतलब डिजिट्स दा जेड़ा सम है, सम ऑफ डिजिट्स इज 6, डिजिट्स दा जेड़ा सम है वो कितना होना चाहिए, 6 होना चाहिए। और if 6 is one of the digit of number, 6 is one of the digit, 6 की आवे किसी डिजिट्स ते आवे, 6 is one of the digit, 6 कोई डिजिट ते आंदा होवे, जिवें 16 हो गया, 26 हो गया, and other number are not connected with 6। ਤਾਂ ਜਿਹੜੇ ਨੰਬਰ 6 ਨਾਲ ਕਨੈਕਟ ਕਰਨਗੇ ਉਹ ਕਿਵੇਂ ਹੋਣਗੇ, ਜਾਂ ਤਾਂ 6 ਤੇ ਡਿਵੀਜ਼ੀਬਲ ਹੁੰਦੇ ਹੋਣਗੇ, ਜਾਂ ਉਹਨਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ ਹੁੰਦਾ ਹੋਊਗਾ, ਸਮ ਆਫ ਡਿਜਿਟਸ ਜੋੜ ਕਿੰਨਾ ਬਣਦਾ ਹੋਊਗਾ 6, ਜਾਂ ਕੋਈ ਇੱਕ ਡਿਜਿਟ ਕੀ ਹੋਊਗਾ 6 ਬਣਦਾ ਹੋਊਗਾ। ਤਾਂ ਦੇਖੋ ਕਿਹੜੇ ਨੰਬਰ ਹੋਣਗੇ। ਸਭ ਤੋਂ ਪਹਿਲਾਂ 1 ਤੋਂ ਲੈ ਕੇ 60 ਤੱਕ, ਉਹਨੇ ਕਿਹਾ 1 ਤੋਂ ਲੈ ਕੇ 60 ਤੱਕ ਦੇਖਣੇ ਨੇ। 1 ਤੋਂ ਲੈ ਕੇ 60 ਤੱਕ ਜਿਹੜੇ ਨੰਬਰ 6 ਤੇ ਡਿਵੀਜ਼ੀਬਲ ਹੋਣਗੇ, 6 12 18 24 30 36 42 48 54 60। ਤਾਂ ਆਪਣੇ ਕੋਲ ਇਹ ਨੰਬਰ ਆ ਗਏ ਜਿਹੜੇ 6 ਤੇ ਕੀ ਹੋ ਰਹੇ ਨੇ, ਡਿਵੀਜ਼ੀਬਲ। ਹੁਣ ਸਮ ਆਫ ਡਿਜਿਟਸ ਇਜ਼ 6, डिजिट्स का जेड़ा जोड़ है वो 6 बने। तो देखो 15 51, 15 ते 51 हो गया। उस तो बाद 24 बनता बट 24 उरे आ गया, 42 बनता 42 भी उरे आ गया। अगे और की नंबर बनता 33, 33 का जोड़ भी कितना बनता अपने कोले 6, 60 बनता 60 भी अपने कोले इंक्लूड हो गया। तो जेड़े नंबर इंक्लूड हो गए वो दोबारा नहीं लेने, एक बारी ही लेने ने। हुण डिजिट जिहदा एक डिजिट 6 बनता होवे, जिवें 16 26 36 अपने को इंक्लूड हो गया, 46 56 तो अपने को आ नंबर की हो गए जिन्हां दे डिजिट की आंदा 6। तो टोटल डिजिट्स ए ने जेडे 6 नाल की करदे ने कनेक्ट। तो कितने डिजिट हो गए, देखो 10 ता हो गए जेडे 10 6 दे टेबल ते जांदे ने 60 तक, 10 नंबर आ हो गए 11 12 13 14 15 16 17। तो कितने नंबर ने जेडे 6 नाल कनेक्ट ने, 17 नंबर ने जेडे कनेक्ट करदे ने। देखो 1 तो 60 तक कितने नंबर होंगे, 60 नंबर होंगे। 60 चो 17 नंबर ने जेडे की करते ने, कनेक्ट करते ने। तो कितने कनेक्ट नहीं करते, नॉट कनेक्टेड पूछे, नॉट कनेक्ट कितने हो जाएंगे, 60 चो 17 नंबर घटा दो, कितने नंबर ने जेडे कनेक्ट नहीं करते, 43। आसी दोस्तों पार्ट 9, ठीक। होप सो तुहानू समझ आया होगा। थैंक यू।